ਗੋਲੀਆਂ ਦੇਣ ਤੋਂ ਬਾਅਦ ਫਿਰ ਜਦੋਂ ਬਾਬਾ ਬੇਹੋਸ਼ ਹੋ ਗਿਆ, ਫਿਰ ਇਹਨਾਂ ਚਾਰਾਂ ਨੇ ਮਿਲ ਕੇ ਤੇ ਉਹਦਾ ਸਾਹ ਦਬਾ ਕੇ ਤੇ ਉਸ ਨੂੰ ਮੂੰਹ 'ਚ ਰੁਮਾਲ ਦੇ ਕੇ ਯਾਨੀ ਕਿ ਉਹਨੂੰ ਇਸ ਤਰ੍ਹਾਂ ਉਹਨੂੰ ਕਤਲ ਕਰ ਦਿੱਤਾ। ਇਹ ਉਹ ਗੱਡੀ ਆ ਜਿਹਦੇ ਵਿੱਚ 55 ਸਾਲਾ ਬਜ਼ੁਰਗ ਦੀ ਲਾਸ਼ ਨੂੰ ਪਾ ਕੇ ਸੇਮ ਦੇ ਵਿੱਚ ਸਿੱਟਿਆ ਗਿਆ ਸੀ ਔਰ ਇਹਦੇ ਵਿੱਚ ਉਹਦੀ ਧੀ, ਉਹਦਾ ਪੁੱਤਰ, ਉਹਦੀ ਬੁੱਢੀ ਵੀ ਮੁਲਵਸ ਸੀ। औरत है वो दसदी है कि मैं अपने बेटे, अपनी बेटी ते अपने दमाद दे नाल रल के ਇਹ ਬਾਬੇ ਨੂੰ ਰਾਤ ਦੇ ਅੰਧੇਰੇ 'ਚ ਕਤਲ ਕਰਕੇ ਤੇ ਸੇਮ ਨਾਲੇ ਦੇ ਵਿੱਚ ਸੁੱਟ ਦਿੱਤਾ। अस्सलाम वालेकुम, मैं मौजम जट, ਤੁਸੀਂ ਵੇਖ ਰਹੇ ਹੋ ਜੁਰਮ ਕਹਾਣੀ। ਅੱਜ ਦੀ ਕਹਾਣੀ ਦੇ ਵਿੱਚ ਸਗੀ ਧੀ ਨੇ, बीवी ने, पुत्र ने और जवाई ने रल के अपने ही प्यो का कतल कर दिता गया। कतल क्यों होया, ਇਹਦੀ ਅਸਲ ਕਹਾਣੀ ਕੀ ਹੈ? ਅੱਜ ਅਸੀਂ ਪਹੁੰਚੇ ਥਾਣਾ ਖੁਰੜਿਆਂਵਾਲਾ ਦੇ ਵਿੱਚ ਔਰ ਮੁਲਜ਼ਮ ਗ੍ਰਿਫਤਾਰ ਕਿੰਜ ਹੋਏ, ਸਾਰੀ ਗੱਲਬਾਤ ਅੱਜ ਦੀ ਜੁਰਮ ਕਹਾਣੀ ਦੇ ਵਿੱਚ ਹੋਏਗੀ। ਥਾਣਾ ਖੁਰੜਿਆਂਵਾਲੇ ਇਲਾਕੇ ਦੇ ਵਿੱਚ ਇੱਕ ਬੜਾ ਅਫਸੋਸਨਾਕ ਵਾਕਿਆ ਪੇਸ਼ ਆਇਆ ਸੀਗਾ ਕਿ 55 ਸਾਲਾ ਬਜ਼ੁਰਗ ਦੀ ਇੱਕ ਲਾਸ਼ ਮਿਲੀ ਸੀ ਸੇਮ ਦੇ ਵਿੱਚੋਂ। ਉਹਦਾ ਕਾਤਲ ਕੌਣ ਸੀ, ਕਿੰਜ ਕਾਤਲ ਫੜਿਆ ਗਿਆ? ਮੈਂ ਇਸ ਵੇਲੇ ਥਾਣਾ ਖੁਰੜਿਆਂਵਾਲੇ ਦੇ ਮੌਜੂਦ ਹਾਂ ਔਰ ਮੇਰੇ ਨਾਲ ਐਸਐਚਓ ਆਤਫ ਖਿੱਚੀ ਮੌਜੂਦ ਨੇ। अस्सलाम वालेकुम सर। ਵਾਲੇਕੁਮ ਸਲਾਮ। ਸਰ, ਬੜਾ ਅਫਸੋਸਨਾਕ ਇਹ ਵਾਕਿਆ ਸੀਗਾ ਕਿ ਇੱਕ ਲਾਸ਼ ਮਿਲਦੀ ਹੈ ਸੇਮ ਦੇ ਵਿੱਚੋਂ। ਤੁਸੀਂ ਉਹਦੇ ਕਾਤਲ ਕਿੰਜ ਫੜਦੇ ਜੇ? ਕੌਣ ਉਹਦਾ ਕਾਤਲ ਸੀ ਜਿਹੜਾ ਫੜਿਆ ਗਿਆ? ਸਾਨੂੰ 29/3/2026 ਨੂੰ 2 ਵਜੇ ਦਿਨ ਕਾਲ ਮਸੂਲ ਹੁੰਦੀ ਹੈ ਕਿ ਇੱਕ ਲਾਵਾਰਸ ਲਾਸ਼ ਜਿਹੜੀ ਹੈ ਸੇਮ ਨਾਲੇ ਦੇ ਵਿੱਚ ਪਈ ਹੈ। ਉਸ ਕਾਲ ਦੇ ਉੱਤੇ ਅਸੀਂ ਮੌਕੇ ਤੇ ਮੈਂ ਆਪਣੀ ਟੀਮ ਦੇ ਨਾਲ ਜਾਣਾ ਵਾਂ। 1122 ਨੂੰ ਬੁਲਾ ਕੇ ਅਸੀਂ ਲਾਸ਼ ਜਿਹੜੀ ਹੈ ਸੇਮ ਨਾਲੇ ਦੇ ਵਿੱਚੋਂ ਕੱਢਨੇ ਆ। ਕੱਢ ਕੇ ਅਸੀਂ ਫਿਰ ਇਲਾਕਾ ਦੇ ਵਿੱਚ ਉਹਦੀ ਤਸ਼ਹੀਰ ਕਰਨੇ ਆ। ਸੋਸ਼ਲ ਮੀਡੀਆ ਤੇ ਵੀ ਸ਼ੋਰੋ ਗੋਗਾ ਵੀ ਜਾਰੀ ਕਰਾਉਂਦੇ ਆ, ਲੇਕਿਨ ਉਹਦੀ ਸ਼ਨਾਖਤ ਨਹੀਂ ਹੁੰਦੀ। ਉਸ ਲਾਸ਼ ਦੇ ਅਸੀਂ ਫਿੰਗਰਪ੍ਰਿੰਟ ਲੈ ਕੇ ਤੇ ਅਸੀਂ ਸੇਫ ਸਿਟੀ ਭੇਜਨੇ ਆ। ਅੱਗੋਂ ਦੂਸਰੇ ਦਿਨ ਉਹਦੇ ਰਿਜ਼ਲਟ ਆਉਂਦੇ ਨੇ ਤੇ ਪੁਲਿਸ ਦੀ ਮੁਦੱਈਅਤ ਦੇ ਵਿੱਚ ਅਸੀਂ FIR ਦਰਜ ਕਰ ਦਿੰਦੇ ਆ। ਅੱਗੋਂ ਜਦੋਂ ਦੂਸਰੇ ਦਿਨ ਉਹਦੇ ਫਿੰਗਰਪ੍ਰਿੰਟ ਆਉਂਦੇ ਨੇ ਤੇ ਉਸ ਬੰਦੇ ਦੀ ਜਿਹੜੀ ਸ਼ਨਾਖਤ ਹੈ ਉਹ ਰਮਜ਼ਾਨ ਵੱਲ ਅਜ਼ੀਜ਼ ਦੀਨ ਦੀ ਹੁੰਦੀ ਹੈ। ਉਹ 72 ਰੇਵੇ ਬਾਹਮਣੀ ਵਾਲੇ ਦਾ ਰਹਿਣ ਵਾਲਾ ਹੁੰਦਾ ਹੈ, ਇਲਾਕਾ ਥਾਣਾ ਬਲੋਚਣੀ ਦਾ। ਇਸ ਤਰ੍ਹਾਂ ਉਸ ਬੰਦੇ ਦੀ ਸ਼ਨਾਖਤ ਹੁੰਦੀ ਹੈ ਤੇ ਅਸੀਂ ਫਿਰ ਤਫਤੀਸ਼ ਦਾ ਜਿਹੜਾ ਦਾਇਰਾਕਾਰ ਹੈ ਉਹ ਵਸੀਹ ਕਰਨੇ ਆ। ਜਦੋਂ ਅਸੀਂ ਦਾਇਰਾਕਾਰ ਵਸੀਹ ਕਰਨੇ ਆ, ਡਾਟਾ ਵਗੈਰਾ ਅਸੀਂ ਲੈਂਦੇ ਆ, ਕੈਮਰੇ ਜਾਤ ਵਗੈਰਾ ਚੈੱਕ ਕਰਨੇ ਆ ਤੇ ਸਾਨੂੰ ਉਸ ਬੰਦੇ ਦਾ ਜਿਹੜਾ ਨਾ ਉਸ ਘਰ ਦੇ ਵਿੱਚ ਸ਼ੱਕ ਹੁੰਦਾ ਵੀ ਇਹ ਜਿਹੜੀ ਲਾਸ਼ ਹੈ ਨਾ ਜੀ, ਇਹ ਇਹਦੇ ਘਰ ਵਾਲਿਆਂ ਨੇ ਇੱਥੇ ਸੁੱਟੀ ਹੋਈ ਹੈ, ਹੋਰ ਬਾਬੇ ਦੀ ਐਸੀ ਕੋਈ ਅਦਾਵਤ ਵਗੈਰਾ ਨਹੀਂ ਹੈ। ਜਦੋਂ ਅਸੀਂ ਤਫਤੀਸ਼ ਦਾ ਦਾਇਰਾਕਾਰ ਵਸੀਹ ਕਰਨੇ ਆ, ਸਾਨੂੰ ਉਹਦੀ ਬੀਵੀ ਤੇ ਸ਼ੱਕ ਗੁਜ਼ਰਦਾ ਹੈ। ਅਸੀਂ ਉਹਦੀ ਤਫਤੀਸ਼ ਕਰਨੇ ਆ ਤੇ ਸਾਰਾ ਜਿਹੜਾ ਕੱਚਾ ਇਕੱਠਾ ਖੁੱਲ੍ਹ ਜਾਂਦਾ ਹੈ। ਉਹ ਜਿਹੜੀ ਔਰਤ ਹੈ ਉਹ ਦੱਸਦੀ ਹੈ ਕਿ ਮੈਂ ਆਪਣੇ ਬੇਟੇ, ਆਪਣੀ ਬੇਟੀ ਤੇ ਆਪਣੇ ਦਮਾਦ ਦੇ ਨਾਲ ਰਲ ਕੇ ਇਹ ਬਾਬੇ ਨੂੰ ਰਾਤ ਦੇ ਅੰਧੇਰੇ 'ਚ ਕਤਲ ਕਰਕੇ ਤੇ ਸੇਮ ਨਾਲੇ ਦੇ ਵਿੱਚ ਸੁੱਟ ਦਿੱਤਾ। ਅੱਛਾ, ਉਸ ਬਜ਼ੁਰਗ ਦਾ ਕਤਲ ਕਿੰਜ ਇਹਨਾਂ ਨੇ ਕੀਤਾ ਸੀ? ਕੀ ਕੀਤਾ ਸੀ ਜਿਹੜਾ ਉਹਦਾ ਕਤਲ ਕਰ ਦਿੱਤਾ ਸੀ? ਇਹਨਾਂ ਨੇ ਸਵਈਆਂ ਪਕਾ ਕੇ ਬਾਬੇ ਨੂੰ ਉਹਦੇ ਵਿੱਚ ਨਸ਼ੇ ਵਾਲੀਆਂ ਗੋਲੀਆਂ ਦੇ ਦਿੱਤੀਆਂ ਸਨ ਤੇ ਤਕਰੀਬਨ 10-11 ਵਜੇ ਜਦੋਂ ਬਾਬਾ ਸੌਂ ਗਿਆ ਫੁੱਲ ਨਸ਼ੇ 'ਚ, ਇਹ ਉਹਦਾ ਗਲਾ ਦਬਾ ਕੇ ਤੇ ਉਹਦੇ ਮੂੰਹ ਦੇ ਵਿੱਚ ਰੁਮਾਲ ਪਾ ਦਿੰਦੇ ਨੇ। ਉਹ ਬਾਬੇ ਦਾ ਸਾਹ ਬੰਦ ਹੋ ਜਾਂਦਾ ਹੈ ਤੇ ਇਹ ਬਾਬਾ ਜਦੋਂ ਚੈੱਕ ਕਰਦੇ ਨੇ ਕਿ ਫੌਤ ਹੋ ਗਿਆ, ਉਹਦੀ ਲਾਸ਼ ਗੱਡੀ ਦੇ ਵਿੱਚ ਪਾ ਲੈਂਦੇ ਨੇ, ਪਾ ਕੇ ਤੇ ਨਹਿਰ ਆਪਣਾ ਸੇਮ ਦੇ ਵਿੱਚ ਸੁੱਟ ਦਿੰਦੇ ਨੇ। ਅੱਛਾ, ਇਹ ਕਤਲ ਕਰਨ ਦੇ ਵਿੱਚ ਕੌਣ-ਕੌਣ ਸ਼ਾਮਲ ਸੀ? ਇਸ ਕਤਲ ਦੇ ਵਿੱਚ ਜਿਹੜਾ ਮਕਤੂਲ ਹੈ ਉਹਦੀ ਬੀਵੀ ਹੈ, ਉਹਦੀ ਬੇਟੀ ਹੈ, ਉਹਦਾ ਬੇਟਾ ਹੈ ਤੇ ਉਹਦਾ ਦਮਾਦ ਹਮਜ਼ਾ। ਅੱਛਾ, ਇਹ ਜਿਹੜੀ ਬੀਵੀ ਸੀ, ਇਹ ਸ਼ਾਦੀ ਦੇ ਟੋਟਲ ਇਹਦੇ ਕਿੰਨੇ ਬੱਚੇ ਸੀ? ਜਿਹੜਾ ਬਜ਼ੁਰਗ ਸੀ ਇਹਦੇ ਕਿੰਨੇ ਬੱਚੇ ਸੀ? ਇਹ ਜਿਹੜਾ ਮਕਤੂਲ ਹੈ ਇਹਦੀਆਂ 6 ਬੇਟੀਆਂ ਨੇ, ਇੱਕ ਇਹ ਇਹਦਾ ਬੇਟਾ ਜੀ। ਬੇਟਾ ਵੀ ਨਾਲ ਰਲ ਕੇ, ਬੇਟੇ ਨੇ ਵੀ ਨਾਲ ਕਤਲ ਕੀਤਾ ਸੀ? ਜੀ, ਬੇਟੇ ਨੇ ਆਪਣੀ ਮਾਂ ਦੇ ਨਾਲ ਰਲ ਕੇ ਤੇ ਇਹਨੂੰ ਕਤਲ ਕਰ ਦਿੱਤਾ, ਆਪਣੇ ਵਾਲਿਦ ਨੂੰ। ਉਹ ਜਿਹੜਾ ਵਾਲਿਦ ਸੀ ਉਹ ਆਪਣੀ ਬੇਟੀ ਨੂੰ ਤੇ ਦਮਾਦ ਨੂੰ ਆਪਣੇ ਘਰ ਆਉਣ ਤੋਂ ਮਨਾ ਕਰਦਾ ਸੀ। ਉਹ ਕਹਿੰਦਾ ਸੀ ਕਿ ਮੇਰੀ ਅੱਗੇ ਤੁਸੀਂ ਇੱਜ਼ਤ ਉਛਾਲ ਦਿੱਤੀ ਹੈ, ਮੈਂ ਮਾਸ਼ਰੇ ਜੀਣ ਜੋਗਾ ਨਹੀਂ ਰਿਹਾ, ਹੁਣ ਤੁਸੀਂ ਸ਼ਾਦੀ ਕਰ ਲਈ ਹੈ ਤੇ ਬਾਹਰ ਹੀ ਰਹੋ, ਮੇਰੇ ਘਰ ਨਾ ਆਓ। ਅੱਛਾ, ਫਿਰ ਲਾਸ਼ ਕਿੱਦਾਂ ਇਹਨਾਂ ਨੇ ਟਿਕਾਣੇ ਲਾਈ ਉਹਦੇ ਵਿੱਚ? ਇਹ ਇਹਨਾਂ ਨੇ ਲਾਸ਼ ਉੱਥੋਂ ਚੁੱਕੀ ਹੈ ਘਰੋਂ ਦੇ ਵਿੱਚ। ਘਰ ਜਿਹੜਾ ਇਹਨਾਂ ਨੇ ਨਾ ਜੀ ਲਾਸ਼ ਨੂੰ ਉੱਥੇ ਚਾਰਪਾਈ ਤੇ ਇਹਨਾਂ ਨੇ ਪਾ ਦਿੱਤਾ। ਜਦੋਂ ਰਾਤ ਦਾ ਅੰਧੇਰਾ ਹੋਇਆ 12-1 ਵਜੇ, ਇਹਨਾਂ ਨੇ ਲਾਸ਼ ਨੂੰ ਛੁਪ ਕੇ ਤੇ ਪਾਇਆ ਇਹਦੇ ਵਿੱਚ ਕਾਰ ਦੇ ਵਿੱਚ। ਇੱਕ ਵੈਗਨਾਰ ਕਾਰ ਹੈ, ਉਹਦੇ ਵਿੱਚ ਇਹਨਾਂ ਨੇ ਪਾਇਆ, ਜਿਹੜੀ ਇਹਨਾਂ ਨੇ ਰੈਂਟ ਤੇ ਲਈ ਸੀ। ਪਾ ਕੇ ਤੇ ਇਹਦੀ ਬੀਵੀ, ਇਹਦਾ ਦਮਾਦ, ਇਹਦੀ ਬੇਟੀ, ਇਹ 3 ਜਣੇ ਗਏ ਨੇ ਇੱਥੇ ਉਹਨਾਂ ਜਾ ਕੇ ਸੇਮ ਨਾਲੇ ਦੇ ਵਿੱਚ ਸੁੱਟ।
ਅੱਛਾ, ਕਤਲ ਇਹਨਾਂ ਨੇ ਰਾਤ ਦੇ ਵੇਲੇ ਕੀਤਾ ਸੀ ਜਾਂ ਦਿਨ ਟਾਈਮ ਇਹਨਾਂ ਨੇ ਕਿਤੇ ਕਤਲ ਕਰ ਦਿੱਤਾ ਸੀ? ਨਹੀਂ, ਰਾਤ ਨੂੰ ਕੀਤਾ 10 11 ਵਜੇ ਤੋਂ ਬਾਅਦ ਇਹਨਾਂ ਨੇ ਕਤਲ ਕੀਤਾ ਸੀ। ਅੱਛਾ, ਹੁਣ ਜਿਹੜੇ ਮੁਲਜ਼ਮ ਫੜੇ ਗਏ ਉਹ ਇਤਰਾਫ ਕਰ ਚੁੱਕੇ ਕਿ ਅਸੀਂ ਇਹਦਾ ਕਤਲ ਕੀਤਾ। ਜੀ ਬਿਲਕੁਲ, ਉਹਦੀ ਬੇਟੀ, ਉਹਦੀ ਬੀਵੀ, ਉਹਦਾ ਦਮਾਦ, ਉਹਦਾ ਬੇਟਾ, ਉਹਨਾਂ ਨੇ ਬਿਲਕੁਲ ਇਤਰਾਫ ਕੀਤਾ ਹੈ ਕਿ ਅਸੀਂ ਜਿਹੜਾ ਜੁਰਮ ਕੀਤਾ ਹੈ, ਸਾਨੂੰ ਇਹਦੇ ਤੇ ਸ਼ਰਮਿੰਦਗੀ ਹੈ। ਬਹੁਤ ਸ਼ੁਕਰੀਆ ਸਰ। ਹਲੋ, ਤੁਸੀਂ ਵੇਖਿਆ ਕਿ ਬੇਟੀ ਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ, ਨਾਲ ਪੁੱਤਰ ਵੀ ਉਹਦਾ ਰਲਿਆ ਸੀ ਔਰ ਉਹਦੀ ਬੁੱਢੀ ਵੀ ਰਲੀ ਸੀਗੀ, ਜਿਨ੍ਹਾਂ ਨੇ ਚਾਰਾਂ ਬੰਦਿਆਂ ਨੇ ਰਲ ਕੇ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ। ਸਿਰਫ ਕਤਲ ਇਸ ਵਾਸਤੇ ਕੀਤਾ ਸੀ, ਕੁੜੀ ਨੇ ਆਪਣੀ ਪਸੰਦ ਦੀ ਸ਼ਾਦੀ ਕੀਤੀ ਸੀਗੀ ਤੇ ਬਾਪ ਬੁਰੇ ਕੰਮਾਂ ਤੋਂ ਰੋਕਦਾ ਸੀ ਧੀ ਨੂੰ ਵੀ ਕਿ ਗਲਤ ਕੰਮਾਂ ਨਹੀਂ, ਅਸੀਂ ਇਸ ਤਰ੍ਹਾਂ ਕਰਨਾ, ਸਾਡੀ ਇੱਜ਼ਤ ਖਰਾਬ ਹੋ ਰਹੀ ਆ। ਲੇਕਿਨ ਧੀ ਨੇ ਵਿਆਹ ਕਰ ਲਿਆ, ਉਹਦੇ ਤੋਂ ਬਾਅਦ ਬਾਬਾ ਰੋਕਦਾ ਸੀ ਕਿ ਤੁਸੀਂ ਘਰ ਨਹੀਂ ਆਣਾ, ਧੀ ਨੂੰ ਵੀ ਨਹੀਂ ਸੀ ਵੜਨ ਦਿੰਦਾ ਔਰ ਜਵਾਈ ਨੂੰ ਵੀ ਨਹੀਂ ਵੜਨ ਦਿੰਦਾ ਸੀ, ਜਿਹਦੀ ਵਜ੍ਹਾ ਤੋਂ ਉਹਨਾਂ ਨੇ ਸਭ ਨੇ ਪਲਾਨ ਕੀਤਾ 55 ਤੋਂ 60 ਸਾਲ ਦਾ ਜਿਹੜਾ ਬਜ਼ੁਰਗ ਸੀਗਾ ਉਹਨੂੰ ਗਲਾ ਦਬਾ ਕੇ ਉਹਦਾ ਕਤਲ ਕਰ ਦਿੱਤਾ। ਹੁਣ ਇਹ ਕੇਸ ਕਿੱਥੇ ਤੱਕ ਪਹੁੰਚਿਆ, ਇਹਦੇ ਤੇ ਇੰਚਾਰਜ ਇਨਵੈਸਟੀਗੇਸ਼ਨ ਨਾਲ ਗੱਲਬਾਤ ਕਰਾਂਗੇ। ਮੁਲਜ਼ਮ ਕਿੰਜ ਫੜੇ ਆ, ਕਿੱਥੇ ਤੱਕ ਉਹਨਾਂ ਦੀ ਕਾਰਵਾਈ ਹੋਈ। ਬਾਪ ਆਪਣੀ ਧੀ ਨੂੰ ਬੁਰੇ ਕੰਮਾਂ ਤੋਂ ਰੋਕਦਾ ਸੀ, ਇਸ ਵਾਸਤੇ ਬੁੱਢੀ ਨੇ, ਧੀ ਨੇ, ਪੁੱਤਰ ਨੇ ਔਰ ਜਵਾਈ ਨੇ ਰਲ ਕੇ ਬਾਪ ਦਾ ਹੀ ਕਤਲ ਕਰ ਦਿੱਤਾ। ਇਹਦੇ ਹਵਾਲੇ ਨਾਲ ਸਬ ਇੰਸਪੈਕਟਰ ਗੁਲਜ਼ਾਰ ਸਪਨਾ ਸਾਡੇ ਨਾਲ ਮੌਜੂਦ ਨੇ। अस्सलाम वालेकुम भाई जी। जी वालेकुम सलाम। भाई वाकया बड़ा अफसोसनाक है कि इन्होंने अपने प्यो का कतल कर दिता, धी ने भी कतल कर दिता। कतल किया उस तो बाद इन्होंने लाश किंज टकाने लाई? ਉਸ ਤੋਂ ਬਾਅਦ ਇਹਨਾਂ ਲਾਸ਼ ਗੱਡੀ 'ਚ ਪਾ ਕੇ ਤੇ ਸੇਮ ਕਬੀਆਂ ਵਾਲਾ ਨਹਿਰ 104 ਵੀ ਉੱਥੇ ਜਾ ਕੇ ਸੁੱਟ ਦਿੱਤੀ। ठीक है, ਤੇ ਪੁਲਿਸ ਨੂੰ ਪਤਾ ਲੱਗਾ ਕਿ ਇੱਕ ਲਾਸ਼ ਮਿਲੀ ਹੈ, ਮੁਲਜ਼ਮਾਂ ਤੱਕ ਤੁਸੀਂ ਕਿੰਜ ਪਹੁੰਚੇ? ਅਸੀਂ ਇਸ ਤਰ੍ਹਾਂ ਪਹੁੰਚੇ ਕਿ ਜਦੋਂ ਸਾਨੂੰ ਇਤਲਾਹ ਹੋਈ 15 ਕਾਲ ਤੇ ਸਾਡੇ ਜਨਾਬ ਐਸਪੀ ਸਾਹਿਬ ਜਿਹੜਾ ਵਾਲਾ ਡੀਐਸਪੀ ਸਾਹਿਬ ਉਹ ਵੀ ਮੌਕੇ ਤੇ ਗਏ, ਐਸਐਚਓ, ਅਸੀਂ ਸਾਰੀ ਟੀਮ ਉੱਥੇ ਗਏ ਮੌਕੇ ਤੇ ਜਾ ਕੇ ਕ੍ਰਾਈਮ ਸੀਨ ਤੇ ਪੀਐਫਸੀ ਟੀਮ ਨੂੰ ਬੁਲਾਇਆ ਗਿਆ, ਸ਼ਵਾਇਦ ਇਕੱਠੇ ਕੀਤੇ ਗਏ। ਇੱਕ ਬੜਾ ਕੰਪਲਿਕੇਟਡ ਕੇਸ ਸੀ ਸਾਡੇ ਵਾਸਤੇ, ਜਿਹਨੂੰ ਅਲਹਮਦੁਲਿਲਾ ਅਸੀਂ 48 ਘੰਟੇ ਦੇ ਅੰਦਰ ਟ੍ਰੇਸ ਕਰ ਲਿਆ। ਬਿਲਕੁਲ, ਇੱਕ ਲਾਵਾਰਸ ਲਾਸ਼ ਮਿਲਦੀ ਹੈ ਜਿਹਦਾ ਕੋਈ ਵਾਰਿਸ ਹੀ ਨਹੀਂ ਹੁੰਦਾ। ਲੇਕਿਨ ਤੁਸੀਂ ਫਿਰ ਇਹ ਜਿਹੜੇ ਫੜੇ ਗਏ ਆ, ਉਹ ਮਤਲਬ ਉਹਦੀ ਧੀ ਵੀ ਫੜੀ ਗਈ, ਉਹਦੀ ਬੁੱਢੀ ਵੀ ਫੜੀ ਗਈ, ਬਲਕਿ ਉਹਦਾ ਪੁੱਤਰ ਔਰ ਉਹਦਾ ਜਵਾਈ ਵੀ ਫੜਿਆ ਗਿਆ, ਕਿੰਜ ਤੁਸੀਂ ਇਹ ਫੜੇ? ਅਸੀਂ ਇੱਕ ਸਭ ਤੋਂ ਪਹਿਲੇ ਤੇ ਜਿਹੜਾ ਮੁਦਈ ਸੀ, ਮੁਤਵਫੀ ਸੀ ਨਾ, ਉਹਦੀ ਕੋਈ ਆਇਡੈਂਟੀਫਿਕੇਸ਼ਨ ਹੀ ਨਹੀਂ ਸੀ। ਅਸੀਂ ਆਪਣੀ ਮੁਦਈਅਤ ਵਿੱਚ ਇੱਕ ਨਾਮਲੂਮ ਡੈੱਡ ਬਾਡੀ ਦਾ ਪਰਚਾ ਦਿੱਤਾ। ਉਸ ਤੋਂ ਬਾਅਦ ਸਿਫਟ ਸਿਟੀਜ਼ ਨਾਦਰਾ ਤੇ ਜਾ ਕੇ ਉਹਦੇ ਫਿੰਗਰਪ੍ਰਿੰਟਸ ਜਿਹੜੇ ਨੇ ਉਹ ਚੈੱਕ ਕਰਵਾਏ ਗਏ। ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ 72 ਬੇਬਾਣੀ ਵਾਲੇ ਦਾ ਰਹਿਸ਼ੀ ਹੈ। ਠੀਕ ਹੈ। ਉੱਥੇ ਜਾ ਕੇ ਜਦੋਂ ਅਸੀਂ ਵੇਖਿਆ ਤੇ ਸਾਨੂੰ ਇਹਦੇ ਘਰ ਤੋਂ ਜਦੋਂ ਪੁੱਛਿਆ ਦੱਸਿਆ ਕਿ ਇਹ ਬਾਬੇ ਦਾ ਕੀ ਮੈਟਰ ਬਣਿਆ ਹੈ ਤੇ ਕਿਉਂ ਕਦੋਂ ਦਾ ਗਿਆ ਹੈ, ਕੀ ਮਸਲੇ ਦੇ ਨਾਲ ਬਣ ਸਕਦਾ ਹੈ। ਸਾਨੂੰ ਜਿਹਦੀ ਬੀਵੀ ਹੈ ਉਹਦੇ ਤੇ ਸ਼ੱਕ ਗੁਜ਼ਰਿਆ, ਯਾਨੀ ਕਿ ਉਹਦੀ ਕੋਈ ਗੱਲ ਜਿਹੜੀ ਸਾਨੂੰ ਉਹ ਤਸੱਲੀ ਬਖਸ਼ ਨਾ ਲੱਗੀ, ਜਿਸ ਵਜ੍ਹਾ ਤੋਂ ਅਸੀਂ ਉਹਨੂੰ ਹਿਰਾਸਤ ਵਿੱਚ ਲਿਆ। ਉਸ ਤੋਂ ਬਾਅਦ ਅਸੀਂ ਉਹਦਾ ਦਮਾਦ ਹਮਦਾ ਉਹਨੂੰ ਲਿਆ, ਫਿਰ ਉਹਦੇ ਬੱਚੇ ਨੂੰ ਲਿਆ, ਉਹਦੀ ਬੇਟੀ ਨੂੰ ਅਸੀਂ ਇੰਟਰੋਗੇਸ਼ਨ ਕੀਤੀ ਤੇ ਫਿਰ ਉਹਨਾਂ ਨੇ ਇਹ ਕਤਲ ਕਰਨਾ ਮੰਨ ਲਿਆ ਸਾਡੇ ਕੋਲ। ਅੱਛਾ, ਮਤਲਬ ਜਿਹੜੇ ਚਾਰ ਜਣੇ ਸੀ, ਜਿਹਦੇ ਦੀ, ਬੁੱਢੀ, ਪੁੱਤਰ, ਜਵਾਈ, ਸਭ ਨੇ ਇਤਰਾਫ ਕਰ ਲਿਆ ਕਿ ਅਸੀਂ ਜੁਰਮ ਕੀਤਾ? ਜੀ ਬਿਲਕੁਲ, ਸਭ ਨੇ ਪ੍ਰਾਪਤ ਕਰ ਲਿਆ। ਮਤਲਬ ਇਹਨਾਂ ਦੱਸਿਆ ਕਿੰਜ ਅਸੀਂ ਪਲਾਨ ਕੀਤਾ ਸੀ ਜਿਹੜਾ ਇਹਨੂੰ ਬਾਬੇ ਨੂੰ ਕਤਲ ਕਰਨ ਦਾ, ਕੀ ਪਲਾਨ ਕੀਤਾ ਸੀ? ਪਲਾਨ ਇਸ ਤਰ੍ਹਾਂ ਸੀ ਕਿ ਤਕਰੀਬਨ 1 ਸਾਲ ਪਹਿਲੇ ਜਿਹੜਾ ਬਾਬਾ ਸੀ ਦੀ ਬੇਟੀ ਬੜੀ ਸੀ ਤੈਬਾ, ਉਹਨੇ ਪਸੰਦ ਦੀ ਸ਼ਾਦੀ ਕਰ ਲਈ ਹਮਜ਼ਾ ਨਾਮੀ ਲੜਕੇ ਨਾਲ। ਉਹ ਬਾਬੇ ਨੂੰ ਪਸੰਦ ਨਹੀਂ ਸੀ ਬਿਲਕੁਲ ਵੀ, ਉਹ ਉਸ ਤੋਂ ਬਾਅਦ ਘਰ ਨਹੀਂ ਸੀ ਆਉਣ ਦਿੰਦਾ। ਇਹਦੀ ਜਿਹੜੀ ਸੱਸ ਸੀ ਫਿਰ ਉਹ ਵੀ ਨਾਲ ਰਲ ਗਈ, ਯਾਨੀ ਕਿ ਮਕਤੂਲ ਦੀ ਬੀਵੀ ਜਿਹੜੀ ਉਹ ਵੀ ਰਲ ਗਈ ਨਾਲ ਇਹਨਾਂ ਦੇ। ਉਸ ਤੋਂ ਬਾਅਦ ਇਹਨਾਂ ਨੇ ਪਲਾਨ ਬਣਾਇਆ ਕਿ ਹੁਣ ਬਾਬੇ ਨੂੰ ਅਗਰ ਸਾਨੂੰ ਘਰ ਤੱਕ ਇਹਦੀ ਐਕਸੈਸ ਨਹੀਂ ਨਾ ਹੁੰਦੀ ਤੇ ਅਸੀਂ ਰਸਤੇ ਤੋਂ ਹਟਾ ਦਈਏ। ਇਹਨਾਂ ਨੇ ਫਿਰ ਪਲਾਨ ਕਰਕੇ ਪਹਿਲੇ ਤੋਂ ਨਸ਼ਿਆਵਰ ਗੋਲੀਆਂ ਦਿੱਤੀਆਂ। ਗੋਲੀਆਂ ਦੇਣ ਤੋਂ ਬਾਅਦ ਫਿਰ ਜਦੋਂ ਬਾਬਾ ਬੇਹੋਸ਼ ਹੋ ਗਿਆ, ਫਿਰ ਇਹਨਾਂ ਚਾਰਾਂ ਨੇ ਮਿਲ ਕੇ ਤੇ ਉਹਦਾ ਸਾਹ ਦਬਾ ਕੇ ਤੇ ਉਸ ਨੂੰ ਮੂੰਹ 'ਚ ਰੁਮਾਲ ਦੇ ਕੇ, ਯਾਨੀ ਕਿ ਉਹਨੂੰ ਇਸ ਤਰ੍ਹਾਂ ਉਹਨੂੰ ਕਤਲ ਕਰ ਦਿੱਤਾ। ਮਤਲਬ ਜਿਹੜੀ ਤੁਸੀਂ ਤਫਤੀਸ਼ ਕੀਤੀ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿੰਜ ਚਾਰੋਂ ਮਿਲ ਕੇ ਕਿੰਜ ਮਤਲਬ ਉਹਦਾ ਕਤਲ ਕਰਦੇ ਰਹੇ, ਨਸ਼ੀਲੀ ਦਵਾਈਆਂ ਦੇ ਦਿੱਤੀ। ਉਹਦੇ ਤੋਂ ਬਾਅਦ ਕੀ ਕੀਤਾ ਇਹਨਾਂ ਨੇ? ਉਹਦੇ ਤੋਂ ਬਾਅਦ ਫਿਰ ਇਹਨਾਂ ਨੇ ਉਹਦੇ ਹੱਥ ਪੈਰ ਬੰਨ੍ਹ ਲਏ। ਹੱਥ ਪੈਰ ਬੰਨ੍ਹਣ ਤੋਂ ਬਾਅਦ ਉਹਨੂੰ ਫਿਰ ਮੂੰਹ ਦੇ ਉੱਤੇ ਇੱਕ ਕੱਪੜੇ ਨੁਮਾ ਕੋਈ ਜਿਸ ਤਰ੍ਹਾਂ ਸੀ, ਜਿਸ ਤਰ੍ਹਾਂ ਸਾਫਾ ਹੁੰਦਾ ਹੈ, ਉਹਦੇ ਨਾਲ ਉਹਨੂੰ ਬਿਲਕੁਲ ਸਾਹ ਉਹਦਾ ਬੰਦ ਕਰ ਦਿੱਤਾ। ਯਾਨੀ ਕਿ ਨੱਕ ਤੇ ਉਹਦਾ ਸੁਰੱਖ ਨਿਸ਼ਾਨ ਵੀ ਸੀ। ਜਦੋਂ ਅਸੀਂ ਉਹਦਾ ਪੋਸਟਮਾਰਟਮ ਕਰਵਾਇਆ, ਸਾਹ ਬੰਦ ਹੋ ਗਿਆ। ਫਿਰ ਉਸ ਤੋਂ ਬਾਅਦ ਉਹਦੇ ਮੂੰਹ 'ਚ ਰੁਮਾਲ ਪਾ ਦਿੱਤਾ। ਫਿਰ ਇਸ ਤਰ੍ਹਾਂ ਉਹਦੇ ਨਾਲ ਤਸ਼ੱਦਦ ਕਰਦੇ ਰਹੇ। ਉਹਦੇ ਨਾਲ ਉਸ ਤੋਂ ਬਾਅਦ ਮਾਰ ਦਿੱਤਾ। ਲਾਸ਼ ਮਤਲਬ ਕਿੰਜ ਲੈ ਗਏ ਜਿਹੜੇ ਸੇਮ ਦੇ ਵਿੱਚ ਲੈ ਗਏ ਸੀ? ਲਾਸ਼ ਇੱਕ ਹਮਜ਼ਾ ਜਿਹੜਾ ਹੈ ਨਾ, ਇਹਨੇ ਰੈਂਟ ਤੇ ਗੱਡੀ ਲਈ ਸੀ, ਉਸ ਗੱਡੀ ਦੇ ਵਿੱਚ ਡੈੱਡ ਬਾਡੀ ਪਾਈ ਤੇ ਉਹਨੂੰ ਜਾ ਕੇ ਸੇਮ ਨਹਿਰ 'ਚ ਸੁੱਟਿਆ ਹੈ। ਮੁਲਜ਼ਮਾਂ ਨੂੰ ਹੁਣ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਲੋਕਾਂ ਤੱਕ ਨਾਲੇ ਕੋਈ ਮੈਸੇਜ ਦਿਓ ਕਿ ਅਗਰ ਤੁਸੀਂ ਪਸੰਦ ਦੀ ਸ਼ਾਦੀ ਕਰ ਹੀ ਲੈਂਦੇ ਜੇ ਤੇ ਇਸ ਤਰ੍ਹਾਂ ਦਾ ਵਕੂਆ ਨਹੀਂ ਹੋਣਾ ਚਾਹੀਦਾ? ਇਹ ਬਿਲਕੁਲ ਨਹੀਂ ਹੋਣਾ ਚਾਹੀਦਾ, ਔਰ ਜੋ ਇਹਨਾਂ ਨੇ ਕੀਤਾ ਉਹਦੀ ਇਹ ਪੂਰੀ ਸਜ਼ਾ ਪਾਉਣਗੇ। ਜੋ ਹੈ ਕਤਲ ਕਰਨ ਦੀ ਸਜ਼ਾ ਉਹ ਮੈਕਸਿਮਮ ਸਜ਼ਾ ਹੋਏਗੀ ਇਹਨਾਂ ਨੂੰ।
ਬਹੁਤ ਸ਼ੁਕਰੀਆ। ਤੁਹਾਨੂੰ ਅਸੀਂ ਉਹ ਗੱਡੀ ਵੀ ਦਿਖਾਵਾਂਗੇ ਜਿਸ ਗੱਡੀ ਦੇ ਵਿੱਚ ਇਹਨਾਂ ਨੇ ਉਹ 55 ਸਾਲਾ ਜਿਹੜਾ ਬਜ਼ੁਰਗ ਸੀਗਾ ਉਹਦੀ ਲਾਸ਼ ਨੂੰ ਟਿਕਾਣੇ ਲਗਾਇਆ ਸੀ। ਵਾਕਿਆ ਬੜਾ ਹੀ ਅਫਸੋਸਨਾਕ ਸੀਗਾ। ਦੇਖੋ ਕਿ ਸਗੀ ਧੀ ਔਰ ਸਗਾ ਪੁੱਤਰ ਰਲ ਕੇ, ਜਨਾਬ ਉਹਦੀ ਬੁੱਢੀ ਵੀ ਰਲ ਕੇ ਇਹਨਾਂ ਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਸੀ। ਇਹ ਉਹ ਗੱਡੀ ਆ ਜਿਹਦੇ ਵਿੱਚ 55 ਸਾਲਾ ਬਜ਼ੁਰਗ ਦੀ ਲਾਸ਼ ਨੂੰ ਪਾ ਕੇ ਸੇਮ ਦੇ ਵਿੱਚ ਸਿੱਟਿਆ ਗਿਆ ਸੀ ਔਰ ਇਹਦੇ ਵਿੱਚ ਉਹਦੀ ਧੀ, ਉਹਦਾ ਪੁੱਤਰ, ਉਹਦੀ ਬੁੱਢੀ ਵੀ ਮੁਲਵਸ ਸੀ, ਨਾਲ ਜਵਾਈ ਵੀ ਮੁਲਵਸ ਸੀ, ਕਿਉਂਕਿ ਜਿਹੜਾ ਪਿਓ ਸੀਗਾ ਆਪਣੀ ਧੀ ਨੂੰ ਬੁਰੇ ਕੰਮਾਂ ਤੋਂ ਰੋਕਦਾ ਸੀ। ਇਸ ਵਜ੍ਹਾ ਤੋਂ ਉਹਨਾਂ ਨੇ ਆਪਣੇ ਪਿਓ ਦਾ ਕਿੱਸਾ ਹੀ ਤਮਾਮ ਕੀਤਾ ਕਿ ਸਾਨੂੰ ਕੋਈ ਰੋਕਣ ਵਾਲਾ ਨਹੀਂ ਹੋਏਗਾ। ਇਹ ਵੈਗਨਾਰ ਗੱਡੀ ਸੀਗੀ ਜਿਹਦੇ ਵਿੱਚ ਜਨਾਬ ਇਹਨਾਂ ਲਾਸ਼ ਰੱਖ ਕੇ ਜਨਾਬ ਇਹ ਬਾਹਮਣੀ ਵਾਲੇ ਦੇ ਰਹਿਣ ਵਾਲੇ ਸੀ ਔਰ ਨਾਲ ਹੀ ਜਾ ਕੇ ਸੇਮ ਸੀਗੀ ਜਿਹਦੇ ਵਿੱਚ ਲਾਸ਼ ਇਹਨਾਂ ਨੇ ਜਾ ਕੇ ਸਿੱਟ ਦਿੱਤੀ। ਪੁਲਿਸ ਨੇ ਇਹ ਗੱਡੀ ਵੀ ਆਪਣੀ ਤਹਿਵੀਲ ਦੇ ਵਿੱਚ ਲੈ ਲਈ ਹੈ ਔਰ ਉਹ ਅਸਲ ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਉਹ ਇਤਰਾਫ ਵੀ ਕਰ ਚੁੱਕੇ ਨੇ ਕਿ ਹਾਂ ਅਸੀਂ ਇਹਦਾ ਕਤਲ ਕੀਤਾ ਕਿਉਂਕਿ ਇਹ ਸਾਨੂੰ ਘਰ ਆਉਣ ਤੋਂ ਰੋਕਦਾ ਸੀ। ਧੀ ਜਿਹੜੀ ਸੀਗੀ ਉਹਨੇ ਆਪਣੀ ਪਸੰਦ ਦੀ ਸ਼ਾਦੀ ਕੀਤੀ ਸੀਗੀ। ਬਾਪ ਜਿਹੜਾ ਕਹਿੰਦਾ ਸੀਗਾ ਮੇਰੇ ਮੱਥੇ ਤੂੰ ਕਲਮ ਆ ਕਿਉਂਕਿ ਤੂੰ ਬੁਰਾ ਕੰਮ ਕੀਤਾ, ਤੂੰ ਨੱਸ ਕੇ ਸ਼ਾਦੀ ਕੀਤੀ ਆ, ਮੈਨੂੰ ਇਹ ਕਬੂਲ ਨਹੀਂ। ਬਾਪ ਆਪਣੇ ਘਰ ਨਹੀਂ ਆਉਣ ਦਿੰਦਾ ਸੀ ਜਿਹਦੀ ਵਜ੍ਹਾ ਤੋਂ ਉਹਨਾਂ ਨੇ ਆਪਣੇ ਬਾਪ ਦਾ ਹੀ ਕਿੱਸਾ ਤਮਾਮ ਕਰ ਦਿੱਤਾ। ਤੇ ਮੈਨੂੰ ਦਿਓ ਇਜਾਜ਼ਤ ਔਰ ਇੰਜ ਦੀਆਂ ਕਹਾਣੀਆਂ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰੋ ਔਰ ਤੁਹਾਡੀ ਵੀ ਕੋਈ ਕਹਾਣੀ ਹੋਏਗੀ ਸਾਡੇ ਨਾਲ ਰਾਬਤਾ ਕਰੋ ਔਰ ਅਸੀਂ ਤੁਹਾਡੀ ਕਹਾਣੀ ਬਣਾਵਾਂਗੇ।